अब पछताए क्या होए जब मोदी चुग गया खेत। SCD का मतलब हुण सुखबीर अकाली दल हो गया। आप मौज नाल गड्डियां 'च बह के किते होर चले गए, लोकां नूं कटाता उत्थे। ये प्रचारदा रहा कि बिल बहुत वधिया ने, विरोधी पार्टियां गुमराह कर रही ने, किसान जथेबंदियां गुमराह कर रही किसानां नूं, बहुत वधिया बिल ने, चलो मेरे नाल, मैं लैके चलदा तुहानूं उत्थे, मेरे नाल चलो। ये कहंदा रहा सुखबीर बादल। अकाली दल जिहड़ा किसानां दे बराबर क्यों धरने लाउंदा उसे दिन ही, हुण इहनूं पता नहीं है चक्का जाम की हुंदा। उत्ते चक्का जाम होना चाहिए सी, ट्रैक्टरां दे चक्के भी जाम होने। उत्थे हरसिमरत कौर नूं नाल बिठा के इदां लगदा जिवें मेले ते ले जांदा होवे, ट्रैक्टर लई जांदा होवे। ਇਹ ਕਿਸੇ ਧਰਮ ਨਾਲ ਸੰਬੰਧਿਤ ਕੋਈ ਬੇਸ਼ਾ ਜਾਂ ਕੋਈ ਮੁੱਦਾ ਤਾਂ ਨਹੀਂ ਹੈਗਾ। ਫਿਰ ਇਹ ਗੁਰਦੁਆਰਿਆਂ 'ਚ ਹੀ, ਦੀਵਾਨ ਹਾਲਾਂ 'ਚ ਕਿਉਂ ਰਾਜਨੀਤਿਕ ਮੀਟਿੰਗਾਂ ਕਰਦੇ ਨੇ? ਪੰਜਾਬ ਦੇ ਵਿੱਚ ਕਿਸਾਨੀ ਸੰਘਰਸ਼ ਪੂਰੇ ਰੋਹ ਦੇ ਉੱਤੇ ਹੈ। ਇਸ ਦਰਮਿਆਨ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਗਰੂਰ ਤੋਂ MP ਭਗਵੰਤ ਮਾਨ ਉਹਨਾਂ ਨੇ ਸਿਆਸੀ ਪਿੜ ਦੇ ਵਿੱਚ ਕੁੱਦਦਿਆਂ, ਹਾਲਾਂਕਿ ਉਹਨਾਂ ਦੇ ਵੱਲੋਂ ਇਹ ਲਹਿਰ ਹੈ ਜਿਹੜੀ ਸ਼ੁਰੂ ਕੀਤੀ ਗਈ ਹੈ, ਗ੍ਰਾਮ ਸਭਾ ਲਿਆਓ ਪਿੰਡ ਬਚਾਓ। ਇਸ ਦੇ ਵਿੱਚ ਉਹ ਲਗਾਤਾਰ ਅਪੀਲ ਕਰ ਰਹੇ ਨੇ ਕਿ ਖੇਤੀ ਕਾਨੂੰਨਾਂ ਦੇ ਵਿਰੁੱਧ ਹਰ ਪਿੰਡ ਦੀ ਪੰਚਾਇਤ ਮਤੇ ਪਾਸ ਕਰੇ। ਇਸ ਦਰਮਿਆਨ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਭਗਵੰਤ ਮਾਨ ਨੇ ਜਿਹੜੀਆਂ ਮੁੱਖ ਸਿਆਸੀ ਧਿਰਾਂ ਹੈਗੀਆਂ ਨੇ ਪੰਜਾਬ ਦੇ ਵਿੱਚ, ਹੁਣ 3 ਸਿਆਸੀ ਧਿਰਾਂ ਨੇ, ਇਹ ਆਮ ਆਦਮੀ ਪਾਰਟੀ ਦੇ ਲੀਡਰ ਨੇ ਤੇ ਇਹਨਾਂ ਨੇ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਸਵਾਲ ਪੁੱਛੇ ਨੇ, 5 ਸਵਾਲ ਪੁੱਛੇ ਨੇ ਅਤੇ ਚੁਣੌਤੀ ਵੀ ਦਿੱਤੀ ਹੈ ਕਿ ਮੇਰੇ ਨਾਲ ਆ ਕੇ ਲੋਕਾਂ ਦੇ ਸਾਹਮਣੇ ਖੁੱਲੀ ਬਹਿਸ ਕਰੋ ਤੇ ਮੇਰੇ ਸਵਾਲਾਂ ਦਾ ਜਵਾਬ ਦਿਓ। ਸਵਾਲ ਪੁੱਛੇ ਨੇ ਰਾਹੁਲ ਗਾਂਧੀ ਨੂੰ, ਜੋ ਕਿ ਕੌਮੀ ਲੀਡਰ ਨੇ ਕਾਂਗਰਸ ਦੇ, ਸਵਾਲ ਪੁੱਛੇ ਨੇ ਕੈਪਟਨ ਅਮਰਿੰਦਰ ਸਿੰਘ ਨੂੰ, ਸਵਾਲ ਪੁੱਛੇ ਗਏ ਨੇ ਸੁਖਬੀਰ ਬਾਦਲ ਨੂੰ, ਹਰਸਿਮਰਤ ਬਾਦਲ ਨੂੰ ਤੇ ਪੂਰੇ ਅਕਾਲੀ ਦਲ ਨੂੰ। ਤੇ ਭਗਵੰਤ ਮਾਨ ਨੇ ਆਪਣੇ ਵੱਖਰੇ ਅੰਦਾਜ਼ ਦੇ ਵਿੱਚ ਇਹ ਸਲਾਹ ਵੀ ਦਿੱਤੀ ਹੈ ਅਕਾਲੀ ਤੇ ਕਾਂਗਰਸ ਪਾਰਟੀਆਂ ਨੂੰ ਕਿ ਤੁਸੀਂ ਆਪਣੀ ਜਿਹੜੀ ਸਲਾਹਕਾਰਾਂ ਦੀ ਵੱਡੀ ਫੌਜ ਰੱਖੀ ਹੋਈ ਹੈ, ਉਹਨਾਂ ਤੋਂ ਵੀ ਸਲਾਹ ਲੈ ਕੇ ਮੈਨੂੰ ਇਹਨਾਂ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜੇ ਤੁਹਾਡੇ ਕੋਲ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਹੈਗੇ, ਕਿਉਂਕਿ ਤੁਹਾਡੇ ਕੋਲ ਸਲਾਹਕਾਰਾਂ ਦੀ ਵੱਡੀ ਫੌਜ ਹੈ, ਤੁਸੀਂ ਉਹਨਾਂ ਤੋਂ ਕੰਮ ਲੈਣੇ ਹੋ, ਉਹਨਾਂ ਤੋਂ ਕੰਮ ਕਰਵਾਉਂਦੇ ਹੋ। ਸੋ ਇਹ ਕੰਮ ਤੁਸੀਂ ਉਹਨਾਂ ਤੋਂ ਵੀ ਕਰਵਾ ਸਕਦੇ ਹੋ, ਪਰ ਜਵਾਬ ਤੁਸੀਂ ਮੇਰੇ ਸਾਹਮਣੇ ਬਹਿ ਕੇ ਮੈਨੂੰ ਦਿਓ। ਕਿਸਾਨੀ ਬਿੱਲਾਂ ਦੇ ਮੁੱਦੇ ਤੇ ਭਗਵੰਤ ਮਾਨ ਨੇ ਕਿਹੜੇ ਸਵਾਲ ਪੁੱਛੇ ਨੇ ਉਹ ਤੁਹਾਨੂੰ ਸੁਣਾ ਦਿੰਦੇ ਹਾਂ। ਪਰ ਮੈਂ ਰਾਹੁਲ ਗਾਂਧੀ ਜੀ ਨੂੰ ਸਵਾਲ ਪੁੱਛਣਾ ਚਾਹੁੰਦਾ ਕਿ ਤੁਸੀਂ ਇਹਨਾਂ ਸਵਾਲਾਂ ਦੇ ਜਵਾਬ ਦੇ ਦਿਓ। ਨੰਬਰ 1, ਰਾਹੁਲ ਗਾਂਧੀ ਜੀ, ਤੁਸੀਂ ਕੈਪਟਨ ਅਮਰਿੰਦਰ ਸਿੰਘ ਜਿਹੜੀ ਕਿ ਤੁਹਾਡੇ ਮੁੱਖ ਮੰਤਰੀ ਨੇ ਇੱਥੇ, ਉਹਨਾਂ ਨੂੰ ਇਹ ਸਵਾਲ ਪੁੱਛੋ ਕਿ ਸਤੰਬਰ 2019 ਦੇ ਵਿੱਚ ਸੈਕਟਰੀ ਐਗਰੀਕਲਚਰ ਦੀ ਮੀਟਿੰਗ ਹੋਈ, ਨੀਤੀ ਆਯੋਗ ਨੇ ਕੀਤੀ ਸੀ 1 ਸਾਲ ਪਹਿਲਾਂ, ਜਿਹਦੇ ਵਿੱਚ ਪੰਜਾਬ ਵੱਲੋਂ ਕਾਹਨ ਸਿੰਘ ਪੰਨੂ ਗਏ ਸੀ। ਉੱਥੇ ਖਰੜਾ ਦਿਖਾਇਆ ਗਿਆ ਸੀ ਇਸ ਬਿੱਲ ਦਾ। ਤਾਂ ਕਾਹਨ ਸਿੰਘ ਪੰਨੂ ਨੇ ਆ ਕੇ ਮੁੱਖ ਮੰਤਰੀ ਜੀ ਨੂੰ ਰਿਪੋਰਟ ਦਿੱਤੀ ਕਿ ਬਹੁਤ ਹੀ ਖਤਰਨਾਕ ਬਿੱਲ ਹੈ, ਪੰਜਾਬ ਦੀ ਕਿਸਾਨੀ, ਪੰਜਾਬ ਦਾ ਮੰਡੀਕਰਨ ਦਾ ਢਾਂਚਾ, ਪੰਜਾਬ ਦਾ ਅਰਥਚਾਰੇ ਨੂੰ ਤੋੜ ਦੂਗਾ, ਲੱਕ ਤੋੜਨ ਵਾਲਾ ਬਿੱਲ ਹੈ। 24 ਜੂਨ ਤੋਂ ਲੈ ਕੇ 2 ਵਾਰ ਅਸੀਂ ਰਿਮਾਈਂਡਰ ਵੀ ਦਿੱਤੇ ਇੱਥੋਂ ਹੀ ਕਿ ਜੀ ਕਦੋਂ ਜਾਓਗੇ ਪ੍ਰਧਾਨ ਮੰਤਰੀ ਕੋਲੇ, ਪਰ 24 ਜੂਨ ਤੋਂ 14 ਸਤੰਬਰ ਨੂੰ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੁੰਦਾ ਹੈ। 2.5 ਮਹੀਨੇ ਤੱਕ ਇਹਨਾਂ ਨੇ, ਪੌਣੇ 3 ਮਹੀਨੇ ਤੱਕ ਕੋਈ ਉਤੇ ਐਕਸ਼ਨ ਨਹੀਂ ਲਿਆ, ਕੋਈ ਕਿਤੇ ਜਾ ਕੇ ਮਿਲਣ ਦੀ ਗੱਲ ਨਹੀਂ ਕੀਤੀ, ਜਿਹੜੀ ਹੁਣ ਕਹਿੰਦੇ ਆ ਕਿ ਮੈਂ ਲੀਡ ਕਰਨ ਨੂੰ ਤਿਆਰ ਹਾਂ। ਅਬ ਪਛਤਾਏ ਕਿਆ ਹੋਏ ਜਬ ਮੋਦੀ ਚੁਗ ਗਿਆ ਖੇਤ। ਹੁਣ ਕੀ ਕਰੋਗੇ ਤੁਸੀਂ? ਤੀਜਾ ਸਵਾਲ, ਜਿਹੜਾ ਵਿਧਾਨ ਸਭਾ 28 ਅਗਸਤ ਨੂੰ ਪੌਣੇ 3 ਘੰਟਿਆਂ ਦਾ ਸੈਸ਼ਨ ਹੋਇਆ ਸੀ, ਉਹਦੇ ਵਿੱਚ ਇਹਨਾਂ ਬਿੱਲਾਂ ਦੇ ਖਿਲਾਫ, ਆਰਡੀਨੈਂਸ ਦੇ ਖਿਲਾਫ ਪ੍ਰਸਤਾਵ ਪੇਸ਼ ਕੀਤਾ ਗਿਆ। ਉਹ ਕੇਂਦਰ ਸਰਕਾਰ ਨੂੰ ਕਿਉਂ ਨਹੀਂ ਭੇਜਿਆ ਜੀ? ਉਹ ਚੰਡੀਗੜ੍ਹ ਹੀ ਕਿਉਂ ਫਿਰਦਾ ਰਿਹਾ ਫਾਈਲਾਂ 'ਚ? ਕਿਤੇ ਨਾ ਕਿਤੇ ਇਹਨਾਂ ਦੀ ਨੀਅਤ ਤੇ ਸ਼ੱਕ ਪ੍ਰਗਟ ਹੁੰਦਾ ਹੈ ਕਿ ਇਹ ਅੰਦਰੋਂ ਇੱਕ ਨੇ। ਚੌਥਾ ਸਵਾਲ ਜੀ, ਜਿਹੜੀ ਖੇਤੀ ਰਾਜ ਮੰਤਰੀ ਨੇ ਲੋਕ ਸਭਾ ਜਾਣਕਾਰੀ ਦਿੱਤੀ, ਰਾਜ ਸਭਾ 'ਚ ਵੀ ਦਿੱਤੀ ਕਿ 7 ਮੁੱਖ ਮੰਤਰੀਆਂ ਦੀ ਹਾਈ ਪਾਵਰ ਕਮੇਟੀ ਬਣਾਈ ਸੀ। ਪਹਿਲਾਂ ਤਾਂ ਇਹਨਾਂ ਨੇ BJP ਦੇ ਮੁੱਖ ਮੰਤਰੀ ਹੀ ਲਏ ਸੀ, ਬਾਅਦ 'ਚ ਉਹਨਾਂ ਨੂੰ ਕਿਸੇ ਨੇ ਸਲਾਹ ਦਿੱਤੀ ਕਿ ਪੰਜਾਬ ਤੋਂ ਬਿਨਾਂ ਕਿਵੇਂ ਜਾਓਗੇ, ਪੰਜਾਬ ਐਗਰੇਰੀਅਨ ਸਟੇਟ ਹੈ, 50% ਤੋਂ ਜ਼ਿਆਦਾ ਸੈਂਟਰਲ ਪੂਲ 'ਚ ਅਨਾਜ ਪੰਜਾਬ ਦਿੰਦਾ ਹੈ, ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵਿੱਚ ਪਾ ਲਓ। ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਦੇ ਮੈਂਬਰ ਬਣਾਇਆ ਗਿਆ। 4 ਮੀਟਿੰਗਾਂ ਉਹ ਤੋਂ ਪਹਿਲਾਂ ਹੋ ਚੁੱਕੀਆਂ ਸੀ ਉਸ ਕਮੇਟੀ ਦੀਆਂ, ਆਖਰੀ 2 ਵਾਸਤੇ ਪੰਜਾਬ ਦਾ ਨਾਮ ਵਿੱਚ ਪੈ ਗਿਆ। ਪਹਿਲੀ ਮੀਟਿੰਗ 'ਚ ਮਨਪ੍ਰੀਤ ਬਾਦਲ ਗਏ, ਦੂਜੀ ਮੀਟਿੰਗ ਕੈਪਟਨ ਅਮਰਿੰਦਰ ਸਿੰਘ ਨੇ ਅਟੈਂਡ ਕੀਤੀ। ਮਨਪ੍ਰੀਤ ਸਿੰਘ ਬਾਦਲ ਖਜ਼ਾਨਾ ਮੰਤਰੀ ਨੇ, ਸੁਲਝੇ ਹੋਏ ਪੋਲੀਟੀਸ਼ੀਅਨ ਨੇ ਔਰ ਪੰਜਾਬ ਪ੍ਰਤੀ ਹੱਕਾਂ ਦੀ ਗੱਲ ਕਰਦੇ ਰਹਿੰਦੇ ਆ। ਕਿਉਂ ਨਹੀਂ ਮਨਪ੍ਰੀਤ ਸਿੰਘ ਬਾਦਲ ਨੇ 5ਵੀਂ ਮੀਟਿੰਗ ਜਿਹੜੀ ਸੈਕੰਡ ਲਾਸਟ ਸੀ ਉਹਦੇ ਜਾਣ ਵੇਲੇ ਜਦੋਂ ਗਏ ਤਾਂ ਪਹਿਲਾਂ ਵਾਲੀਆਂ ਮੀਟਿੰਗਾਂ ਦਾ ਏਜੰਡਾ ਕਿਉਂ ਨਹੀਂ ਮੰਗਿਆ ਕਿ ਤੁਸੀਂ ਕੀ ਡਿਸਾਈਡ ਕਰ ਲਿਆ, ਕਿ ਸਿਰਫ ਸਾਨੂੰ ਖਾਨਾ ਪੂਰਤੀ ਲਈ ਤਾਂ ਨਹੀਂ ਬੁਲਾਇਆ?
ਤਾਂ ਕਿ ਜੇ ਪਤਾ ਲੱਗਦਾ ਤਾਂ ਉਸ ਹਿਸਾਬ ਨਾਲ ਉਹ ਪੱਖ ਪੇਸ਼ ਕਰਦੇ ਤੇ ਆ ਕੇ ਮਨਪ੍ਰੀਤ ਬਾਦਲ ਨੇ ਮੁੱਖ ਮੰਤਰੀ ਨੂੰ ਕਿਉਂ ਨਹੀਂ ਕੋਈ ਰਿਪੋਰਟ ਦਿੱਤੀ। ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਕਹੀ ਹੈ ਕਿ ਮੈਨੂੰ ਤਾਂ ਆ ਕੇ ਦੱਸਿਆ ਨਹੀਂ ਕੁਝ। ਤੇ ਕੈਪਟਨ ਸਾਹਿਬ ਨੇ ਆਲ ਪਾਰਟੀ ਮੀਟਿੰਗ ਦੇ ਵਿੱਚ ਇਹ ਕਿਉਂ ਨਹੀਂ ਦੱਸਿਆ ਕਿ ਮੈਂ 2 ਮੀਟਿੰਗਾਂ ਅਟੈਂਡ ਕੀਤੀਆਂ ਨੇ ਤੇ ਉੱਥੇ ਅਸੀਂ ਹਾਮੀ ਭਰੀ ਹੈ ਕਿ ਹਾਂ ਬਿੱਲ ਆਉਣੇ ਚਾਹੀਦੇ ਨੇ। ਇਹ ਗੱਲ ਕੇਂਦਰੀ ਖੇਤੀ ਰਾਜ ਮੰਤਰੀ ਨੇ ਕਹੀ ਹੈ, ਫਲੋਰ ਆਫ ਦਾ ਹਾਊਸ ਉੱਥੇ ਕਹੀ ਹੈ। ਇਹਦਾ ਜਵਾਬ ਚਾਹੀਦਾ ਜੀ ਲੋਕਾਂ ਨੂੰ। ਤੇ ਇੱਕ 14 ਸਤੰਬਰ ਤੋਂ ਸੈਸ਼ਨ ਸੀਗਾ, ਛੋਟਾ ਕਰਤਾ ਕਿਉਂਕਿ ਜਿੰਨਾ ਕੰਮ ਲੈਣਾ ਸੀ ਧੱਕੇ ਨਾਲ ਬਿੱਲ ਪਾਸ ਕਰਾ ਕੇ ਲੈ ਲਿਆ। ਜਿੰਨਾ ਚਿਰ ਸੈਸ਼ਨ ਚੱਲਿਆ ਰਾਹੁਲ ਗਾਂਧੀ ਸਾਰੇ ਸੈਸ਼ਨ ਚੋਂ ਗੈਰ ਹਾਜ਼ਰ ਸੀਗੇ। ਜਦੋਂ ਉਹਨਾਂ ਨੂੰ ਪਤਾ ਸੀ ਕਿ ਬਿੱਲ ਆ ਰਹੇ ਨੇ ਔਰ ਬਿੱਲ ਸੈਸ਼ਨ ਦੇ ਪਹਿਲੇ ਹਫਤੇ 'ਚ ਹੀ ਆ ਰਹੇ ਨੇ ਕਿਉਂਕਿ BAC ਬਿਜ਼ਨਸ ਐਡਵਾਈਜ਼ਰੀ ਕਮੇਟੀ ਜਿਹੜੀ ਹੈ ਉਹ 'ਚ ਕਾਂਗਰਸ ਹੈਗੀ ਹੈ, ਵੱਡੀਆਂ ਪਾਰਟੀਆਂ ਦੇ ਨੁਮਾਇੰਦੇ ਉਹ 'ਚ ਹੁੰਦੇ ਨੇ, ਆਮ ਆਦਮੀ ਪਾਰਟੀ ਨਹੀਂ ਹੈਗੀ। ਸਾਨੂੰ ਤਾਂ ਇਹਨਾਂ ਤੋਂ ਪਤਾ ਕਰਨਾ ਪੈਂਦਾ ਕਿ ਬਿਜ਼ਨਸ ਕੀ ਬਿਜ਼ਨਸ ਆ ਰਿਹਾ ਹੈ, ਬਿੱਲ ਕਿਹੜੇ ਆ ਰਹੇ ਨੇ। ਤਾਂ ਫਿਰ ਰਾਹੁਲ ਗਾਂਧੀ ਜੀ ਉੱਥੇ ਕਿੱਥੇ ਸੀ ਜਦ ਕਿ 51 MP ਨੇ ਇਹਨਾਂ ਦੇ ਲੋਕ ਸਭਾ 'ਚ, 40 ਰਾਜ ਸਭਾ 'ਚ ਨੇ। ਬਹੁਤ ਵੱਡਾ ਵਿਰੋਧ ਜਿਹੜਾ ਉਹਨੂੰ ਲੀਡ ਕਰ ਸਕਦੇ ਸੀ ਰਾਹੁਲ ਗਾਂਧੀ, ਪਰ ਆਮ ਤੌਰ ਤੇ ਜਦੋਂ ਵੀ ਮੌਕਾ ਹੁੰਦਾ ਤਾਂ ਉਹ ਗੈਰ ਹਾਜ਼ਰ ਹੁੰਦੇ ਨੇ। ਤੇ ਹੁਣ ਉਹ ਇੱਥੇ ਟਰੈਕਟਰ ਚਲਾਉਣਗੇ ਕੱਲ ਪਰਸੋਂ ਨੂੰ, ਠੀਕ ਹੈ ਨਾ। ਤੇ ਉਹ ਸਿਰਫ ਵੋਟ ਦੀ ਰਾਜਨੀਤੀ ਹੈ, ਹੋਰ ਕੁਝ ਨਹੀਂ ਹੈਗਾ। ਇਹ ਤਾਂ ਮੇਰੇ ਹੋ ਗਏ ਜੀ ਕਾਂਗਰਸ ਨੂੰ ਸਵਾਲ। ਹੁਣ ਆ ਜੰਨੇ ਜੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਸੁਖਬੀਰ ਅਕਾਲੀ ਦਲ ਕਹਿ ਲਓ ਕਿਉਂਕਿ SAD ਦਾ ਮਤਲਬ ਹੁਣ ਸੁਖਬੀਰ ਅਕਾਲੀ ਦਲ ਹੀ ਹੋ ਗਿਆ। ਕੱਲ ਜਿਹੜਾ ਇਹਨਾਂ ਨੇ ਕੱਢਿਆ ਸੀ ਉਹ 'ਚ ਫੋਟੋਆਂ ਵੀ ਤਿੰਨਾਂ ਦੀਆਂ ਲੱਗੀਆਂ ਹੋਈਆਂ ਸੀ, ਵੱਡੇ ਬਾਲ ਸਾਹਿਬ, ਸੁਖਬੀਰ ਬਾਲ ਤੇ ਹਰਸਿਮਰਤ ਕੌਰ। ਇੱਕੋ ਨਾਰਾ ਪਰਿਵਾਰ ਪਿਆਰਾ, ਇਹੀ ਹੈ ਅਸਲ 'ਚ ਇਹਨਾਂ ਦਾ। ਆਪ ਮੌਜ ਨਾਲ ਗੱਡੀਆਂ 'ਚ ਬਹਿ ਕੇ ਕਿਤੇ ਹੋਰ ਚਲੇ ਗਏ, ਲੋਕਾਂ ਨੂੰ ਕਟਾਤਾ ਉੱਥੇ। ਪਹਿਲਾ ਸਵਾਲ ਇਹ ਹੈ ਜੀ, ਥੋੜਾ ਪਿੱਛੇ ਜਾਂਦੇ ਆ ਬੈਕਗਰਾਊਂਡ 'ਚ। ਮੋਗੇ ਤੋਂ ਫਿਰੋਜ਼ਪੁਰ ਵਾਲੀ ਰੋਡ ਤੇ ਡਗਰੂ ਪਿੰਡ ਵਾਲਾ ਫਾਟਕ ਲੰਘਣ ਸਾਰ ਖੱਬੇ ਪਾਸੇ ਪੂੰਜੀਪਤੀਆਂ ਦਾ ਬਹੁਤ ਵੱਡਾ ਸੈਲੋ ਹੈ। ਉਹ ਸੈਲੋ ਵਾਸਤੇ ਜ਼ਮੀਨ, ਉਹ ਸੈਲੋ ਨੂੰ ਬਣਾਉਣ ਦੀ ਇਜਾਜ਼ਤ ਉਹ ਬਾਦਲ ਤੇ BJP ਦੀ ਜੋ ਸਰਕਾਰ ਸੀ ਉਹ ਉਦੋਂ ਮਿਲੀ ਉਹਨਾਂ ਨੂੰ। ਤੇ ਉਹਦੀ ਸਟੈਂਪ ਡਿਊਟੀ ਜਿਹੜੀ ਹੈ ਸਾਰੀ, ਸਟੈਂਪ ਡਿਊਟੀ ਉਹ ਸਾਰੀ ਮਾਫ ਕਿਉਂ ਕੀਤੀ ਗਈ, ਇਹ ਸਵਾਲ ਹੈ ਜੀ ਵੱਡਾ। ਕਿ ਉਹਨਾਂ ਦੀ ਸਾਰੀ ਉਹ ਜਿਹੜੀ ਰਜਿਸਟਰੀ ਹੋਈ ਹੈ ਸਾਰੀ ਸਟੈਂਪ ਡਿਊਟੀ ਮਾਫ। ਤੇ ਉਹਦੇ ਵਿੱਚ ਇੱਕ ਦੀ ਰੇਲ ਲੰਘਦੀ ਹੈ ਉੱਥੇ ਤੱਕ, ਰੇਲਵੇ ਲਾਈਨ ਹੈ, ਉਹ ਵੀ ਜ਼ਮੀਨ ਅਕਵਾਇਰ ਕੀਤੀ। ਉਹ ਕਦੋਂ ਕੀਤੀ, ਕਿਹਨੂੰ ਕੀਤੀ, ਕਿਹਨੇ ਕਰਕੇ ਦਿੱਤੀ, ਉਹ ਪਹਿਲਾ ਸਵਾਲ। 2015 ਦੀ ਗੱਲ ਹੈ ਜੀ, 7 ਦਸੰਬਰ 2015 ਨੂੰ ਫੈਸਲੇ ਹੋਏ ਨੇ ਇਹਦਾ ਜਵਾਬ ਦੇਣ ਜੀ ਉਹ। ਨੰਬਰ 2, 5 ਜੂਨ ਨੂੰ ਕੈਬਨਿਟ ਦੀ ਮੀਟਿੰਗ ਦੇ ਵਿੱਚ ਆਰਡੀਨੈਂਸ ਬਣ ਕੇ ਆਉਂਦਾ ਹੈ। 7 ਜੂਨ ਨੂੰ ਇੱਥੇ ਪ੍ਰੈਸ ਕਾਨਫਰੰਸ ਕੀਤੀ ਸੀ ਅਸੀਂ। ਤਾਂ 5 ਜੂਨ ਨੂੰ ਜਿਹੜਾ ਕਿ ਹੁਣ ਕਹਿ ਰਹੇ ਨੇ ਇਹ ਕਿ ਅਸੀਂ ਵਿਰੋਧ ਕੀਤਾ ਸੀ ਉਦੋਂ, ਹਰਸਿਮਰਤ ਕੌਰ ਜੀ ਨੇ। 5 ਜੂਨ ਨੂੰ ਜਿਹੜੀ ਕੈਬਨਿਟ 'ਚ ਮੀਟਿੰਗ ਹੋਈ ਸੀ ਉਹ ਵਿਰੋਧ ਦੇ ਮਿੰਟਸ ਜਾਰੀ ਕਰਨ ਅਕਾਲੀ ਦਲ ਵਾਲੇ। ਮਿੰਟਸ ਹੁੰਦੇ ਨੇ ਹਰ ਇੱਕ ਮੀਟਿੰਗ ਦੇ, ਤੁਸੀਂ ਪੜ੍ਹੇ ਲਿਖੇ ਪੱਤਰਕਾਰ ਹੋ। ਉਹ ਮਿੰਟਸ ਜਾਰੀ ਕਰਨ ਕੈਬਨਿਟ ਦੇ ਕਿ ਵਿਰੋਧ ਕੀਤਾ ਸੀ। ਵਿਰੋਧ ਉੱਥੇ ਅੰਦਰ ਕਰਕੇ ਬਾਹਰ ਆ ਕੇ ਕਿਉਂ ਨਹੀਂ ਕੀਤਾ? BJP ਨੂੰ ਵੀ ਮੈਂ ਕਹਿਣਾ ਕਿ ਉਹ ਵੀ ਮਿੰਟਸ ਜਾਰੀ ਕਰਨ ਕਿ ਇਹਨਾਂ ਨੇ ਵਿਰੋਧ ਕੀਤਾ ਸੀ ਜਾਂ ਨਾ, ਹੁਣ ਫੜੇ ਜਾਣਗੇ। ਪਹਿਲਾਂ ਤਾਂ ਨਾਲ ਹੀ ਮਿਲੇ ਹੋਏ ਸੀ, ਉੱਥੇ ਹਾਂ ਕਰਕੇ ਆਏ ਨੇ ਜੀ ਕਿ ਅਸੀਂ ਮਨਾ ਲਾਂਗੇ ਪੰਜਾਬ ਦੇ ਕਿਸਾਨਾਂ ਨੂੰ। ਨੰਬਰ 3, 5 ਜੂਨ ਤੋਂ ਲੈ ਕੇ 15 ਸਤੰਬਰ ਤੱਕ ਬਾਦਲ ਪਰਿਵਾਰ ਪ੍ਰੈਸ ਕਾਨਫਰੰਸ ਕਰਕੇ, ਵੀਡੀਓ ਜਾਰੀ ਕਰਕੇ, ਨਰਿੰਦਰ ਸਿੰਘ ਤੋਮਰ ਨੂੰ ਬੁਲਾ ਕੇ, ਨਰਿੰਦਰ ਸਿੰਘ ਤੋਮਰ ਦੀਆਂ ਚਿੱਠੀਆਂ ਦਿਖਾ ਕੇ 2.5 ਪੌਣੇ 3 ਮਹੀਨੇ ਇਹ ਪ੍ਰਚਾਰਦਾ ਰਿਹਾ ਕਿ ਬਿੱਲ ਬਹੁਤ ਵਧੀਆ ਨੇ, ਵਿਰੋਧੀ ਪਾਰਟੀਆਂ ਗੁੰਮਰਾਹ ਕਰ ਰਹੀਆਂ ਨੇ, ਕਿਸਾਨ ਜਥੇਬੰਦੀਆਂ ਗੁੰਮਰਾਹ ਕਰ ਰਹੀਆਂ ਕਿਸਾਨਾਂ ਨੂੰ, ਬਹੁਤ ਵਧੀਆ ਬਿੱਲ ਨੇ, ਚੱਲੋ ਮੇਰੇ ਨਾਲ, ਮੈਂ ਲੈ ਕੇ ਚੱਲਦਾ ਤੁਹਾਨੂੰ ਉੱਥੇ, ਮੇਰੇ ਨਾਲ ਚੱਲੋ, ਇਹ ਕਹਿੰਦਾ ਰਿਹਾ ਸੁਖਬੀਰ ਬਾਦਲ। ਤਾਂ 2.5 ਮਹੀਨੇ ਬਿੱਲ ਦੀ ਤਾਰੀਫ ਹੁੰਦੀ ਰਹੀ, ਲੋਕਾਂ ਨੂੰ ਸਮਝਾਉਂਦੇ ਰਹੇ ਕੋਈ ਫਰਕ ਨਹੀਂ ਪੈਂਦਾ, ਤਾਂ ਸਗੋਂ ਬਹੁਤ ਵਧੀਆ ਕ੍ਰਾਂਤੀ ਆਊਗੀ। ਤਾਂ ਅਚਾਨਕ 15 ਸਤੰਬਰ ਨੂੰ ਕਹਿੰਦੇ ਸਾਨੂੰ ਤਾਂ ਪਾਰਲੀਮੈਂਟ 'ਚ ਕਹਿੰਦੇ ਸਾਨੂੰ ਤਾਂ ਬਿੱਲ ਪੜ੍ਹਾਇਆ ਨਹੀਂ ਗਿਆ। ਸਵਾਲ ਇਹ ਹੈ ਜੀ ਕਿ ਜੇ ਤੁਸੀਂ ਬਿੱਲ ਪੜ੍ਹੇ ਹੀ ਨਹੀਂ ਸੀ ਫਿਰ 2.5 ਮਹੀਨੇ ਤਾਰੀਫ ਕਿਉਂ ਕਰੀ ਗਏ ਉਹਦੀ? ਜਦੋਂ ਤੁਹਾਨੂੰ ਪੜ੍ਹਾਇਆ ਹੀ ਨਹੀਂ ਗਿਆ ਤੁਸੀਂ ਕਿਉਂ ਕਹੀ ਗਏ ਬਹੁਤ ਵਧੀਆ ਬਿੱਲ ਹੈ? ਲੋਕਾਂ ਨੂੰ ਤੁਸੀਂ ਇੰਨੇ ਕਮਲੇ ਸਮਝਦੇ ਹੋ ਕਿ ਅਸੀਂ ਜਦੋਂ ਮਰਜ਼ੀ ਮਰ ਜਾ ਚਿੜੀਏ, ਜਦੋਂ ਮਰਜ਼ੀ ਜਿਉਂ ਜਾ ਚਿੜੀਏ ਕਰ ਲਾਂਗੇ ਉਹਨਾਂ ਨੂੰ। ਤੇ ਫਿਰ ਹੋਰ ਚੌਥੇ ਨੰਬਰ ਤੇ 15 ਸਤੰਬਰ ਨੂੰ ਜੋ ਪਹਿਲੀ ਵਾਰ ਸੁਖਬੀਰ ਬੋਲਿਆ ਜ਼ਰੂਰੀ ਵਸਤਾਂ ਵਾਲੇ ਭੰਡਾਰੀ ਕਰਨ ਵਾਲੇ ਬਿੱਲ ਤੇ, ਉਹਨੇ ਕਿਹਾ ਵੀ ਇਹ ਬਿੱਲ ਜਿਹੜੇ ਨੇ ਕਿਸਾਨਾਂ ਲਈ ਖਤਰਨਾਕ ਨੇ। 15 ਸਤੰਬਰ ਤੋਂ ਪਹਿਲਾਂ ਕਿਸੇ ਵੀ ਵੀਡੀਓ 'ਚ, ਕਿਸੇ ਪ੍ਰੈਸ ਕਾਨਫਰੰਸ 'ਚ, ਕਿਸੇ ਅਖਬਾਰ ਦੀ ਕਟਿੰਗ ਦੇ ਵਿੱਚ ਇਹ ਦਿਖਾ ਦੇਣ
ਅਕਾਲੀ ਦਲ ਦੇ ਕਿਸੇ ਵੀ ਪੱਧਰ ਦੇ ਲੀਡਰ ਦੁਆਰਾ ਇਹਨਾਂ ਬਿੱਲਾਂ ਦਾ ਵਿਰੋਧ ਕੀਤਾ ਗਿਆ ਹੋਵੇ। ਸਿਰਫ 15 ਸਤੰਬਰ ਨੂੰ ਕੀਤਾ। 3 ਸਤੰਬਰ ਨੂੰ ਤਾਂ ਵੱਡੇ ਬਾਦਲ ਸਾਹਿਬ ਤੋਂ ਵੀਡੀਓ ਜਾਰੀ ਕਰਾਈ ਹੈ ਕਿ ਬਹੁਤ ਵਧੀਆ ਬਿੱਲ ਨੇ। ਸੁਖਬੀਰ ਨਾਲ ਗੱਲ ਹੋ ਗਈ ਮੇਰੀ, ਉਹਦਾ ਵੀ ਬੜਾਪਾ ਰੋਲਤਾ ਜਾਂਦੇ ਜਾਂਦੇ ਇਹਨਾਂ ਦਾ। ਅਗਲਾ ਸਵਾਲ ਹੈ ਜੀ, ਅਕਾਲੀ ਦਲ ਜਿਹੜਾ ਕਿਸਾਨਾਂ ਦੇ ਬਰਾਬਰ ਕਿਉਂ ਧਰਨੇ ਲਾਉਂਦਾ ਉਸੇ ਦਿਨ ਹੀ? ਕਿਤੇ ਨਾ ਕਿਤੇ ਡੀਰੇਲ ਕਰਨ ਦੀ, ਉਹਨਾਂ ਦੇ ਸੰਘਰਸ਼ ਨੂੰ ਫਿੱਕਾ ਪਾਉਣ ਦੀ ਸਾਜ਼ਿਸ਼ ਹੈ। 25 ਸਤੰਬਰ ਨੂੰ 31 ਕਿਸਾਨ ਜਥੇਬੰਦੀਆਂ ਨੇ ਕਹਿਤਾ ਪੰਜਾਬ ਬੰਦ। ਸੁਖਬੀਰ ਬਾਦਲ ਆ ਕੇ ਕਹਿੰਦਾ ਚੱਕਾ ਜਾਮ 25 ਨੂੰ ਅਕਾਲੀ ਦਲ ਵੱਲੋਂ। ਤੇ ਬੰਦ ਤੇ ਚੱਕਾ ਜਾਮ 'ਚ ਕੀ ਫਰਕ ਹੁੰਦਾ ਜੀ? ਬੰਦ ਵਾਲੇ ਦਿਨ ਚੱਕਾ ਹੀ ਜਾਮ ਹੁੰਦਾ। ਅੱਛਾ, ਚੱਕਾ ਜਾਮ ਕਹਿ ਕੇ ਟਰੈਕਟਰ ਕੱਢ ਲਏ। ਮੈਨੂੰ ਪਤਾ ਨਹੀਂ ਕਿ ਚੱਕਾ ਜਾਮ ਕੀ ਹੁੰਦਾ। ਉਹਦੇ ਚੱਕਾ ਜਾਮ ਹੋਣਾ ਚਾਹੀਦਾ ਸੀ, ਟਰੈਕਟਰਾਂ ਦੇ ਚੱਕੇ ਵੀ ਜਾਮ ਹੋਣ। ਉੱਥੇ ਹਰਸਿਮਰਤ ਕੌਰ ਨੂੰ ਨਾਲ ਬਿਠਾ ਕੇ ਇਦਾਂ ਲੱਗਦਾ ਜਿਵੇਂ ਮੇਲੇ ਤੇ ਲੈ ਕੇ ਜਾਂਦਾ ਹੋਵੇ, ਉਹ ਟਰੈਕਟਰ ਲਈ ਜਾਂਦਾ। ਉਹ ਆ ਗਏ ਨਾ ਫਿਰ ਹੈਲੀਕਾਪਟਰਾਂ ਵਾਲੇ ਹੁਣ ਟਰੈਕਟਰਾਂ ਤੇ, ਹੈਲੀਕਾਪਟਰਾਂ ਦੇ ਟਰੈਕਟਰਾਂ ਤੇ ਆ ਗਏ ਨਾ ਥੱਲੇ। ਹੁਣ 1 ਤਰੀਕ ਨੂੰ ਉਹਨਾਂ ਨੇ ਰੇਲ ਰੋਕੋ ਦਿੱਤਾ। ਇਹਨਾਂ ਨੇ ਤਖਤਾਂ ਤੋਂ ਕੱਲ ਜੋ ਉਹ ਚੱਲ ਪਏ, ਉੱਥੋਂ ਸਾਰਾ ਦਿਨ ਤੁਰੇ ਫਿਰ ਵਿੱਚ ਦੀ ਕਿਸਾਨ ਯੂਨੀਅਨ ਨੇ ਕਾਲੇ ਝੰਡੇ ਵੀ ਦਿਖਾਏ ਤੇ ਇੱਧਰ ਨੂੰ ਚੱਲ ਪਏ। ਲੋਕ ਤਾਂ ਸੌਂ ਗਏ ਸੀ, ਕਹਿੰਦੇ ਚੱਲ ਸਵੇਰੇ ਦੇਖ ਲਾਂਗੇ ਕਿੰਨੇ ਕੁੱਟੇ ਨੇ। ਕਿਉਂਕਿ ਉਹ ਪੁਲਿਸ ਜਿਹੜੀ ਚੰਡੀਗੜ੍ਹ ਦੀ ਪਹਿਲਾਂ ਐਂ ਕਰਦੀ ਸੀ, ਹੁਣ ਐਂ ਕਰਦੀ ਇਹਨਾਂ ਨੂੰ। ਸਲੂਟ ਬਦਲ ਗਏ ਹੁਣ ਇਹਨਾਂ ਦੇ, ਧਰਤੀ ਤੇ ਆਉਣਾ ਪਊਗਾ ਇਹਨਾਂ ਨੂੰ ਹੁਣ। ਤੇ ਸਵਾਲ ਇਹ ਕਿ ਇਹ ਕੋਈ ਧਾਰਮਿਕ ਮਾਮਲਾ ਤਾਂ ਨਹੀਂ ਹੈਗਾ ਨਾ, ਇਹ ਕਿਸੇ ਧਰਮ ਨਾਲ ਸੰਬੰਧਿਤ ਕੋਈ ਵਿਸ਼ਾ ਜਾਂ ਕੋਈ ਮੁੱਦਾ ਤਾਂ ਨਹੀਂ ਹੈਗਾ ਨਾ। ਫਿਰ ਇਹ ਗੁਰਦੁਆਰਿਆਂ 'ਚ ਹੀ, ਦੀਵਾਨ ਹਾਲਾਂ 'ਚ ਕਿਉਂ ਰਾਜਨੀਤਿਕ ਮੀਟਿੰਗਾਂ ਕਰਦੇ ਨੇ? ਚਾਹੇ ਉਹ ਤਲਵੰਡੀ ਸਾਬੋ ਜਿਸ ਦਿਨ ਆਏ ਸੀ ਮੱਥਾ ਟੇਕਣ ਉਸ ਦਿਨ, ਚਾਹੇ ਉਹ ਭੱਠਾ ਸਾਹਿਬ ਗੁਰਦੁਆਰਾ ਸਾਹਿਬ, ਚਾਹੇ ਉਹ ਆਲਮਗੀਰ ਗੁਰਦੁਆਰਾ ਸਾਹਿਬ ਦੇ ਵਿੱਚ ਰੈਲੀਆਂ ਕਰਦੇ ਆ। ਜੇ ਹਿੰਮਤ ਹੈ ਤਾਂ ਕਿਸਾਨਾਂ ਦੇ ਧਰਨੇ ਜਾ ਕੇ ਬੈਠ ਕੇ ਦਿਖਾਓ ਨਾ। ਧਰਮ ਨੂੰ ਤੁਸੀਂ ਕਿਉਂ ਵਰਤ ਰਹੇ ਹੋ ਰਾਜਨੀਤੀ ਵਾਸਤੇ? ਤੇ ਜਿਹੜਾ ਸਭ ਤੋਂ ਵੱਡਾ ਕੁਐਸਚਨ, ਕੱਲ ਤਿੰਨੇ ਤਖਤਾਂ ਤੋਂ ਇਹ ਚੱਲੇ ਨੇ, ਸ੍ਰੀ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਾਂ ਰਸਤੇ 'ਚ SGPC ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੰਗਰ ਲਾਇਆ। ਕੀ SGPC ਇਹ ਦੱਸੂਗੀ ਜੀ ਕਿ ਉਹਨੇ ਕਿਸਾਨਾਂ ਦੇ ਧਰਨਿਆਂ 'ਚ ਕਿੰਨੀ ਵਾਰੀ ਲੰਗਰ ਵੰਡਿਆ, ਕਿੰਨੀ ਵਾਰੀ ਲੰਗਰ ਬਤਾਇਆ, ਕਿੱਥੇ ਕਿੱਥੇ? SGPC ਇੱਕ ਨਿਰੋਲ ਧਾਰਮਿਕ ਸੰਸਥਾ ਹੈ ਜਾਂ ਉਹ ਕਿਸੇ ਖਾਸ ਰਾਜਨੀਤਿਕ ਪਾਰਟੀ ਦਾ ਵਿੰਗ ਹੈ? ਕਿਉਂਕਿ SGPC ਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਹੈ। ਇੱਕ ਪਾਸੇ ਨੂੰ ਨਿਰੋਲ ਧਾਰਮਿਕ ਸੰਸਥਾ ਕਹਿੰਦੇ ਨੇ, ਇੱਕ ਪਾਸੇ ਰਾਜਨੀਤੀ 'ਚ। SGPC ਇਹ ਦੱਸਦੇ ਕਿ ਉਹਨਾਂ ਨੇ ਕਿਸਾਨਾਂ ਦੇ ਧਰਨੇ ਜਿਹੜੇ ਜਗ੍ਹਾ ਜਗ੍ਹਾ ਰੇਲਵੇ ਟਰੈਕ ਜਾਂ ਕਿਤੇ ਲੱਗੇ ਹੋਏ ਨੇ, ਉਹ ਕਿੰਨੇ ਕਿਸਾਨਾਂ ਦੇ ਧਰਨਿਆਂ 'ਚ ਲੰਗਰ ਵਰਤਾਇਆ ਹੈ, ਜਿਹੜਾ ਕਿ ਕੱਲ ਉਹ ਹੱਥ ਬੰਨ੍ਹ ਕੇ ਲੰਗਰ ਵਰਤਾ ਰਹੇ ਸੀ। ਸੋ ਧਰਮ ਦੀ ਰਾਜਨੀਤੀ ਜਿਹੜੀ ਹੈ, ਅਕਾਲੀ ਦਲ ਜਿਹੜਾ ਉਹ ਜਦੋਂ ਵੀ, ਜਿਵੇਂ ਉਹ ਜਿਹੜੀ ਛਿਪਕਲੀ ਹੈ, ਉਹ ਸਾਰੀ ਰਾਤ ਕੀੜੇ ਮਕੌੜੇ, ਮੱਛਰ, ਹੋਰ ਕੱਕ ਮਕੌੜੇ ਜਿਹੜੇ ਹੁੰਦੇ ਨੇ ਉਹਨੂੰ ਖਾਂਦੀ ਰਹਿੰਦੀ ਹੈ। ਜਦੋਂ ਦਿਨ ਚੜ ਜਾਂਦਾ, ਗੁਰੂ ਸਾਹਿਬ ਦੀ ਫੋਟੋ ਦੇ ਉਹਲੇ ਲੁੱਕ ਜਾਂਦੀ ਹੈ, ਸਾਰਾ ਦਿਨ ਉੱਥੇ ਬੈਠੀ ਰਹਿੰਦੀ ਹੈ, ਰਾਤ ਨੂੰ ਫੇਰ ਨਿਕਲ ਜਾਂਦੀ ਹੈ। ਉਹੀ ਹਾਲ ਹੈ ਇਹਨਾਂ ਦਾ। ਜਦੋਂ ਇਹਨਾਂ ਦੇ ਪਰਿਵਾਰ ਤੇ ਸੰਕਟ ਆਉਂਦਾ ਕੋਈ, ਇਹ ਧਰਮ ਦਾ ਆਸਰਾ ਲੈਂਦੇ ਆ। ਤੇ ਮੈਂ ਚੁਣੌਤੀ ਦਿੰਦਾ ਸੁਖਬੀਰ ਬਾਦਲ ਜੀ ਨੂੰ, ਕਾਂਗਰਸ ਦੇ ਪ੍ਰਧਾਨ ਜੀ ਨੂੰ, ਮੁੱਖ ਮੰਤਰੀ ਸਾਹਿਬ ਨੂੰ, ਕਿ ਆਓ ਆਪਾਂ ਡਿਬੇਟ ਕਰੀਏ। ਜੇ ਦੋਨੇ ਇਕੱਠੇ ਨਹੀਂ ਆ ਸਕਦੇ, ਇਕੱਲੇ ਇਕੱਲੇ ਆ ਜਾਓ, ਬੈਠੋ ਲਾਈਵ, ਮੀਡੀਆ ਸਾਹਮਣੇ ਬੈਠਾ ਹੋਊਗਾ ਤੇ ਲੋਕਾਂ ਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਦੱਸੋ। ਇਸ ਤੋਂ ਪਹਿਲਾਂ ਵੀ ਇਹਨਾਂ ਨੇ ਇਦਾਂ ਕੀਤਾ ਹੈ। SYL ਦੀ ਸਰਵੇ ਦੀ ਪਰਮਿਸ਼ਨ ਬਾਦਲ ਸਾਹਿਬ ਨੇ ਦਿੱਤੀ, ਚਾਂਦੀ ਦੀ ਕਹੀ ਲੈ ਕੇ ਉਹਨੂੰ, ਨਹਿਰ ਨੂੰ, ਉਹਦੀ ਖੁਦਾਈ ਦਾ ਕੰਮ ਸ਼ੁਰੂ ਕਰਨ ਦਾ ਉਦਘਾਟਨ ਕੈਪਟਨ ਸਾਹਿਬ ਨੇ ਇੰਦਰਾ ਗਾਂਧੀ ਜਦੋਂ ਕਪੂਰੀ ਪਿੰਡ 'ਚ ਆਈ ਸੀ ਉਦੋਂ ਦਿੱਤਾ। ਦੋਨੋਂ ਨਹਿਰ ਬਣਾਉਣ ਦੇ ਹੱਕ 'ਚ ਤੇ ਅੱਜ ਕੱਲ ਪਾਣੀ ਦੇ ਰਖਵਾਲੇ। ਬਿਲਕੁਲ ਇਸੇ ਤਰ੍ਹਾਂ ਦੋਨੇ ਪਾਰਟੀਆਂ ਕਿਸਾਨਾਂ ਦੇ ਇਸ ਆਰਡੀਨੈਂਸ ਨੂੰ ਲਿਆਉਣ ਦੇ ਹੱਕ 'ਚ ਤੇ ਲੋਕਾਂ ਵਾਸਤੇ ਕਿਸਾਨਾਂ ਦੇ ਹੱਕ 'ਚ। ਕਿਸ ਤਰ੍ਹਾਂ ਇਹ ਕਿਸਾਨ ਵਿਰੋਧੀ ਨੇ।